ਸੌਣ ਭਾਦਰੋਂ ਦੀਆਂ ਬਾਰਿਸ਼ਾਂ ਦੀ ਅੰਨੀ ਵਾਹ ਤਬਾਹੀ। ਰਾਵਲਪਿੰਡੀ ਔਰ ਚਕਵਾਲ ਸ਼ਹਿਰ ਦੇ ਵਿੱਚ ਦਫਾ 144 ਲਾਗੂ, 63 ਜਾਨਾਂ 24 ਘੰਟਿਆਂ 'ਚ ਗਈਆਂ। ਪਾਕਿਸਤਾਨ, ਅਫਗਾਨਿਸਤਾਨ ਤੇ ਉਜ਼ਬਕਿਸਤਾਨ ਨੇ ਫਿਜ਼ੀਬਿਲਿਟੀ ਰੇਲ ਮਨਸੂਬੇ ਦੇ ਉੱਤੇ ਦਸਤਖਤ ਕਰ ਦਿੱਤੇ। ਪਾਕਿਸਤਾਨ ਤੋਂ ਈਰਾਨ, ਇਰਾਕ ਤੇ ਸੀਰੀਆ ਜਾਣ ਵਾਲਿਆਂ ਵਾਸਤੇ ਡਿਜੀਟਲ ਨਿਗਰਾਨੀ ਦਾ ਫੈਸਲਾ। ਪਾਕਿਸਤਾਨੀ ਸਰਕਾਰੀ 에ਅਰਲਾਈਨ PIA ਨੂੰ ਯੂਰਪ ਵਾਸਤੇ ਫਲਾਈਟਾਂ ਦੀ ਇਜਾਜ਼ਤ ਲੱਭ ਗਈ ਤੇ ਬਲੋਚਿਸਤਾਨ 'ਚ 2 ਡਾਕੂਆਂ ਨੂੰ ਗ੍ਰਿਫਤਾਰ ਕਰਨ ਦੇ ਉੱਤੇ ਡਾਕੂਆਂ ਦੇ ਸਾਥੀਆਂ ਨੇ 7 ਪੁਲਿਸ ਵਾਲੇ ਤੇ ਫੋਰਸ ਜਵਾਨ ਚੁੱਕ ਲਏ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਮਸੂਦ ਮੱਲੀ ਜੀ ਆਇਆਂ ਨੂੰ ਕਹਿੰਦਾ ਆ। ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ। ਇਹ ਪੰਜਾਬੀ ਰੇਡੀਓ USA ਦਾ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਹੈ। ਅਮਰੀਕਾ ਦੇ ਵਿੱਚ ਅੱਜ 17 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 18 ਜੁਲਾਈ ਸਾਲ 2025 ਦਾ ਦਿਨ ਝਾੜਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 ਹੈ, 4082725200। ਇਸ ਤੋਂ ਬਾਅਦ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਵੱਲ ਚੱਲਦੇ ਹਾਂ। ਪਾਕਿਸਤਾਨ ਭਰ ਦੇ ਵਿੱਚ ਉਦਾਂ ਤੇ ਸੌਣ ਭਾਦਰੋਂ ਦੇ ਮਹੀਨੇ ਦੀਆਂ ਤੇਜ਼ ਬਾਰਿਸ਼ਾਂ ਔਰ ਤਬਾਹੀਆਂ ਦੀਆਂ ਇਤਲਾਵਾਂ ਲੱਭ ਰਹੀਆਂ ਨੇ। ਕੁਝ ਦਿਨ ਪਹਿਲਾਂ ਇਤਲਾਹ ਆਈ ਸੀਗੀ ਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ਾਂ ਔਰ ਹੜ੍ਹ ਕੋਲੋਂ 111 ਲੋਕ ਮੋਏ ਨੇ, ਪਰ ਪਿਛਲੇ 24 ਘੰਟਿਆਂ ਦੇ ਵਿੱਚ ਲਹਿੰਦੇ ਪੰਜਾਬ 'ਚ ਖਾਸ ਕਰਕੇ ਇੱਕ ਵੱਡੀ ਤਬਾਹੀ ਹੈ ਜਿਹੜੀ ਉਹ ਆਈ ਹੈ ਔਰ ਇਹ ਤਬਾਹੀ ਫਿਰੀ ਹੈ ਰਾਵਲਪਿੰਡੀ ਸ਼ਹਿਰ ਦੇ ਵਿੱਚ, ਜਦਕਿ ਇਸਲਾਮਾਬਾਦ ਸ਼ਹਿਰ ਦੇ ਵਿੱਚੋਂ ਵੀ ਮੀਂਹ ਕਣੀ ਦੇ ਨਾਲ ਤਬਾਹੀਆਂ ਦੀਆਂ ਇਤਲਾਵਾਂ ਲੱਭ ਰਹੀਆਂ ਨੇ। ਪਾਕਿਸਤਾਨ ਤੋਂ ਆਉਣ ਵਾਲੀਆਂ ਇਤਲਾਵਾਂ 'ਚ ਪਤਾ ਲੱਗ ਰਿਹਾ ਹੈ ਕਿ ਚਕਵਾਲ ਸ਼ਹਿਰ ਦੇ ਵਿੱਚ ਇੱਕ ਬੱਦਲ ਪਾਟਣ ਦੇ ਨਾਲ ਉਸ ਇਲਾਕੇ 'ਚ ਰੋੜ ਆ ਗਿਆ ਹੈ, ਡੈਮ ਦਾ ਬੰਦ ਟੁੱਟ ਗਿਆ ਹੈ, ਜਿਹਦੇ ਨਾਲ ਇਲਾਕੇ ਭਰ ਦੇ ਵਿੱਚ ਹੜ੍ਹ ਦੀ ਸੂਰਤ ਹਾਲ ਹੈ। ਹਜੇ ਤੱਕ ਦੀਆਂ ਇਤਲਾਵਾਂ ਮੁਜਬ ਇਹਨਾਂ ਦੋਹਾਂ ਇਲਾਕਿਆਂ ਦੇ ਵਿੱਚ ਪਿਛਲੇ 24 ਘੰਟੇ 'ਚ ਹੋਣ ਵਾਲੀਆਂ ਲਗਾਤਾਰ ਬਾਰਿਸ਼ਾਂ ਕੋਲੋਂ 63 ਲੋਕ ਜਾਨ ਦੀ ਬਾਜ਼ੀ ਹਾਰ ਗਏ ਨੇ। ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ ਐਮਰਜੈਂਸੀ ਲਾ ਕੇ ਦਫਾ 144 ਲਾਗੂ ਕਰ ਦਿੱਤੀ ਗਈ ਹੈ। ਰਾਵਲਪਿੰਡੀ ਦਾ ਇਲਾਕਾ ਗਵਾਲ ਮੰਡੀ, ਜਿੱਥੇ ਇਸ ਵੇਲੇ ਹੜ੍ਹ ਦੀ ਸੂਰਤ ਹਾਲ ਹੈ ਔਰ 20 ਫੁੱਟ ਤੱਕ ਪਾਣੀ ਖਲੋਤਾ ਹੈ, ਉੱਥੇ ਆਰਮੀ ਪਹੁੰਚ ਗਈ ਹੈ ਔਰ ਇਮਦਾਦੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਇਲਾਕੇ ਔਰ ਇਹਦੇ ਨਾਲ ਆਲ ਦੁਆਲ ਜੁੜੇ ਇਲਾਕੇ ਨੇ ਜਿਹੜੇ ਉਥਾਂ ਦੇ ਲੋਕਾਂ ਨੂੰ ਮਸਜਿਦਾਂ ਦੇ ਵਿੱਚ ਐਲਾਨ ਕਰਕੇ ਆਖਿਆ ਜਾ ਰਿਹਾ ਕਿ ਆਪਣੇ ਘਰ-ਬਾਰ ਛੱਡ ਕੇ ਕਿਸੇ ਇਹੋ ਜਿਹੇ ਟਿਕਾਣੇ ਤੇ ਅੱਪੜ ਜਾਣ ਜਿੱਥੇ ਉਹਨਾਂ ਦਾ ਜਾਨੀ ਨੁਕਸਾਨ ਨਾ ਹੋਵੇ। ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਪਈਆਂ ਫਿਰਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਰਿਹਾ ਆ ਕਿ ਹੜ੍ਹ ਆ ਜਿਹੜਾ ਔਰ ਪਾਣੀ ਆ ਜਿਹੜਾ ਉਹ ਇਸ ਵੇਲੇ ਮੋਟਰਵੇ ਦੇ ਉੱਤੇ ਵੀ ਚੜ ਚੁੱਕਿਆ ਹੈ। ਮੋਟਰਵੇ ਤੇ ਕਈ ਫੁੱਟ ਉੱਚਾ ਇਹ ਪਾਣੀ ਖਲੋਤਾ ਹੈ, ਜਦਕਿ ਇਸਲਾਮਾਬਾਦ ਦੇ ਕਈ ਇਲਾਕਿਆਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਰੁੜਦੇ ਹੋਏ ਇਸ ਪਾਣੀ 'ਚ ਗੱਡੀਆਂ ਤੱਕ ਨੇ ਜਿਹੜੀਆਂ ਉਹ ਰੁੜਦੀਆਂ ਜਾ ਰਹੀਆਂ ਨੇ। ਹੁਣ ਤੋਂ ਕੁਝ ਘੰਟੇ ਪਹਿਲਾਂ ਸਾਨੂੰ ਲੱਭਣ ਵਾਲੀਆਂ ਇਤਲਾਵਾਂ 'ਚ ਪਤਾ ਲੱਗਾ ਹੈ ਕਿ ਜੇਲਮ ਸ਼ਹਿਰ ਹੈ ਜਿਹੜਾ ਉੱਥੇ ਵੀ ਇਹਨਾਂ ਬਾਰਿਸ਼ਾਂ ਕੋਲੋਂ ਤਬਾਹੀ ਹੈ ਜਿਹੜੀ ਉਹ ਮਚ ਗਈ ਹੈ ਔਰ ਕੁਝ ਮਕਾਨ ਡਿੱਗਣ ਸਮੇਤ ਉੱਥੇ ਰੋਡ ਆ ਜਿਹੜਾ ਉਹ ਆ ਗਿਆ ਹੈ। ਲਹਿੰਦੇ ਪੰਜਾਬ ਦੀ CM ਵੱਲੋਂ ਇਸ ਮੌਕੇ ਦੇ ਉੱਤੇ ਰਿਸਪਾਂਸ ਫੋਰਸ ਹੈ ਜਿਹੜੀ ਉਹਨੂੰ ਕਾਰਵਾਈਆਂ ਕਰਨ ਲਈ ਆਖਿਆ ਗਿਆ ਹੈ, ਜਦਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਮੌਨ ਵਾਲਿਆਂ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਹੋਇਆਂ ਕਿਹਾ ਆ ਕਿ ਇਹ ਇੱਕ ਕੁਦਰਤੀ ਆਫਤ ਹੈ ਔਰ ਇਹਦੇ ਨਾਲ ਸਾਰਿਆਂ ਨੂੰ ਰਲ ਮਿਲ ਕੇ ਨਿਭਣਾ ਚਾਹੀਦਾ ਹੈ। ਪਾਕਿਸਤਾਨ ਤੋਂ ਆਉਣ ਵਾਲੀਆਂ ਖਬਰਾਂ 'ਚ ਪਤਾ ਲੱਗ ਰਿਹਾ ਹੈ ਕਿ ਬਾਰਿਸ਼ਾਂ ਹਜੇ ਵੀ ਚੱਲ ਰਹੀਆਂ ਨੇ, ਜਿਹਦੇ 'ਚ ਆਉਂਦੇ 24 ਘੰਟਿਆਂ ਦੇ ਵਿੱਚ ਹਨੇਰੀ ਔਰ ਹੋਰ ਤੂਫਾਨ ਜਿਹੜਾ ਉਹ ਰਲ ਸਕਦਾ ਹੈ, ਜਿਹਦੇ ਨਾਲ ਨੁਕਸਾਨ ਵਧਣ ਦੇ ਖਤਰੇ ਸਿਰ ਚੁੱਕੀ ਫਿਰਨ ਡੇ ਨੇ। ਅਫਗਾਨਿਸਤਾਨ ਦੇ ਸ਼ਹਿਰ ਕਾਬਲ ਦੇ ਵਿੱਚ ਪਾਕਿਸਤਾਨ, ਉਜ਼ਬਕਿਸਤਾਨ ਔਰ ਅਫਗਾਨਿਸਤਾਨ ਨੇ ਰਲ ਮਿਲ ਕੇ ਉਸ ਟ੍ਰੇਨ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਨੇ ਜਿਹਦੀ ਫਿਜ਼ੀਬਿਲਿਟੀ ਬਣਨੀ ਔਰ ਉਸ ਤੋਂ ਬਾਅਦ ਮਨਸੂਬਾਬੰਦੀ ਤੋਂ ਬਾਅਦ ਇਹਨੂੰ ਸਿਰੇ ਚਾੜਨਾ ਜ਼ਰੂਰੀ ਹੈ। ਯਾਦ ਰਵੇ ਕਿ ਇਸ ਮਨਸੂਬੇ ਦੇ ਵਿੱਚ ਏਸ਼ੀਆਈ ਮੁਲਕ ਨੇ ਜਿਹੜੇ ਉਹਨਾਂ ਨੂੰ ਆਲਮੀ ਮੰਡੀਆਂ ਤੱਕ ਪਹੁੰਚ ਔਰ ਆਲਮੀ ਮੰਡੀਆਂ 'ਚੋਂ ਸ਼ੈਵਨ ਜਿਹੜੀਆਂ ਉਹਨਾਂ ਨੂੰ ਅਫਗਾਨਿਸਤਾਨ ਔਰ ਪਾਕਿਸਤਾਨ ਤੱਕ ਪਹੁੰਚ ਦੇ ਕੇ ਆਸਾਨ ਬਣਾਉਣਾ ਹੈ। ਇਸ ਮਾਮਲੇ ਦੇ ਉੱਤੇ ਦਸਤਖਤ ਹੋਣ ਤੋਂ ਬਾਅਦ ਇਹਨਾਂ ਤਿੰਨਾਂ ਮੁਲਕਾਂ ਦੇ ਫਾਰਨ ਮਿਨਿਸਟਰਸ ਨੇ ਜਿਹੜੇ ਉਹਨਾਂ ਨੇ ਆਪਸ 'ਚ ਗੱਲਬਾਤ ਵੀ ਕੀਤੀ ਔਰ ਫਿਜ਼ੀਬਿਲਿਟੀ ਹੈ ਜਿਹੜੀ ਇਹਦੇ ਤੇ ਕੰਮ ਨੂੰ ਸਪੀਡ ਦੇ ਨਾਲ ਕਰਨ ਵਾਸਤੇ ਏਕਾ ਕੀਤਾ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ ਔਰ ਪਾਕਿਸਤਾਨ ਤੋਂ ਰੇਲ ਦੇ ਵਜ਼ੀਰ ਨੇ ਜਿਹੜੇ ਉਹ ਵੀ ਇਸ ਮੌਕੇ ਤੇ ਅਫਗਾਨਿਸਤਾਨ 'ਚ ਮੌਜੂਦ ਸਨ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦੀ ਅਫਗਾਨਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਹੋਈ ਹੈ। ਅਫਗਾਨੀ ਪ੍ਰਾਈਮ ਮਿਨਿਸਟਰ ਮੁੱਲਾ ਹਸਨ ਅਖਵਾਨ ਨੂੰ ਉਹਨਾਂ ਨੇ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਹੈ। ਯਾਦ ਰਵੇ ਕਿ ਇਹ ਮਨਸੂਬਾ ਸਾਲ 2017 'ਚ ਉਦੋਂ ਸ਼ੁਰੂ ਕੀਤਾ ਗਿਆ ਸੀਗਾ ਜਦੋਂ ਅਫਗਾਨਿਸਤਾਨ ਦੇ ਪ੍ਰਾਈਮ ਮਿਨਿਸਟਰ ਹਾਮਦ ਔਰਕਜ਼ਈ ਵੱਲੋਂ ਇਸ ਮਨਸੂਬੇ ਨੂੰ ਅਫਗਾਨਿਸਤਾਨ ਦੇ ਸੂਬੇ ਬਲਖ ਤੋਂ ਸ਼ੁਰੂ ਕਰਕੇ ਮਜ਼ਾਰ ਸ਼ਰੀਫ ਹਰਾਤ ਤੋਂ ਲੈਂਦਿਆਂ ਹੋਇਆਂ ਇਹਨੂੰ ਉਜ਼ਬਕਿਸਤਾਨ ਤੱਕ
ਲੈ ਕੇ ਜਾਣਾ ਸੀਗਾ। ਬਾਅਦ 'ਚ ਇਸ ਮਨਸੂਬੇ 'ਚ ਪਾਕਿਸਤਾਨ ਨੂੰ ਵੀ ਪਾਇਆ ਗਿਆ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਦੇ ਜ਼ਰੀਏ ਦਾ ਆਖਣਾ ਹੈ ਕਿ ਪਾਕਿਸਤਾਨ ਦੀ ਰੀਝ ਆ ਕਿ ਚਾਈਨਾ ਵੀ ਇਸ ਰੇਲ ਮਨਸੂਬੇ ਦਾ ਹਿੱਸਾ ਬਣੇ ਔਰ ਇਸ ਪਟੜੀ ਨੂੰ ਵਿਛਾਉਣ ਦੇ ਵਿੱਚ ਆਪਣਾ ਯੋਗਦਾਨ ਵੀ ਪਾਵੇ ਔਰ ਇਹਦਾ ਪਾਰਟਨਰ ਵੀ ਬਣੇ। ਅਫਗਾਨਿਸਤਾਨ ਵੱਲੋਂ ਇਸ ਰੇਲ ਮਨਸੂਬੇ ਦੇ ਵਿੱਚ ਕੁਝ ਬਦਲਾਅ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨੂੰ ਕੰਧਾਰ ਔਰ ਪਾਕਿਸਤਾਨ ਦੇ ਨਾਲ ਜੁੜੇ ਬਾਰਡਰਾਂ ਤੱਕ ਲਿਜਾਣ ਲਈ ਆਖਿਆ ਗਿਆ ਤਾਂ ਜੇ ਉਹਨਾਂ ਦੇ ਫਰੇਟ ਨੇ ਜਿਹੜੇ ਉਹਨਾਂ ਦੇ ਰਾਹੀਂ ਮਾਲ ਨੂੰ ਉੱਥੇ ਤੱਕ ਅਪੜਾਇਆ ਜਾ ਸਕੇ। ਅਫਗਾਨਿਸਤਾਨ 'ਚ ਤਾਲਿਬਾਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹ ਮਨਸੂਬਾ ਬਿਲਕੁਲ ਠੱਪ ਹੋ ਗਿਆ, ਪਰ ਉਸ ਤੋਂ ਬਾਅਦ ਪਾਕਿਸਤਾਨੀ ਜ਼ਿੰਮੇਦਾਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਅਫਗਾਨ ਜ਼ਿੰਮੇਦਾਰਾਂ ਨੇ ਇਸ ਰੇਲ ਮਨਸੂਬੇ ਨੂੰ ਸਿਰੇ ਚਾੜਨ ਦੇ ਵਾਸਤੇ ਏਕਤਾ ਜ਼ਾਹਰ ਕੀਤੀ, ਜਿਹਦੇ ਤੋਂ ਬਾਅਦ 2021 'ਚ ਇਸ ਮਾਮਲੇ ਦੇ ਉੱਤੇ ਗੱਲਬਾਤ ਜਿਹੜੀ ਉਹ ਅੱਗੇ ਵਧੀ ਔਰ ਹੁਣ ਬਾਕਾਇਦਾ ਤਿੰਨਾਂ ਮੁਲਕਾਂ ਨੇ ਏਕਾ ਕੀਤਾ ਹੈ ਕਿ ਇਹ ਜਿਹੜਾ ਬਦਲਾਅ ਕੀਤਾ ਗਿਆ ਆ ਇਸ ਰੇਲ ਮਨਸੂਬੇ ਨੂੰ ਇਹਦੇ ਮੁਤਾਬਕ ਹੀ ਸਿਰੇ ਚਾੜਿਆ ਜਾਏਗਾ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜ਼ਿਆਰਤਾਂ ਦੇ ਨਾਂ ਦੇ ਉੱਤੇ ਵੀਜ਼ੇ ਲੈ ਕੇ ਇਰਾਕ, ਈਰਾਨ ਔਰ ਸੀਰੀਆ ਜਾਣ ਵਾਲੇ ਪਾਕਿਸਤਾਨੀ ਨੇ ਜਿਹੜੇ ਉਹਨਾਂ ਦੀ ਡਿਜੀਟਲ ਮੋਨੀਟਰਿੰਗ ਕੀਤੀ ਜਾਏਗੀ, ਕਿਉਂਕਿ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਜ਼ਿਆਰਤਾਂ ਵਾਸਤੇ ਜਾਣ ਵਾਲੇ ਲੋਕ ਨੇ ਜਿਹੜੇ ਉੱਥੇ ਜਾ ਕੇ ਮੰਗਦੇ ਨੇ। ਇਹਨਾਂ ਮੁਲਕਾਂ ਦੇ ਵਿੱਚੋਂ ਬਹੁਤ ਸਾਰੇ ਮੰਗਤਿਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਉੱਥੋਂ ਦੇ ਕਾਨੂੰਨ ਦੇ ਮੁਜਬ ਡੀਪੋਰਟ ਵੀ ਕੀਤਾ ਗਿਆ। ਪਾਕਿਸਤਾਨ ਪਹੁੰਚਣ ਦੇ ਉੱਤੇ ਪਾਕਿਸਤਾਨੀ ਸਰਕਾਰ ਨੇ ਵੀ ਸਖਤ ਐਕਸ਼ਨ ਲਿਆ ਔਰ ਆਖਿਆ ਕਿ ਇਹੋ ਜਿਹੇ ਲੋਕਾਂ ਦੇ ਪਾਸਪੋਰਟ ਨੇ ਜਿਹੜੇ 5 ਸਾਲ ਵਾਸਤੇ ਫਰੀਜ਼ ਕਰ ਦਿੱਤੇ ਜਾਣਗੇ ਔਰ ਉਹਨਾਂ ਦੇ ਟੱਬਰ ਚੋਂ ਕਿਸੇ ਵੀ ਬੰਦੇ ਦੇ ਇੰਟਰਨੈਸ਼ਨਲ ਸਫ਼ਰ ਕਰਨ ਦੇ ਉੱਤੇ ਉੱਕਾ ਪੁੱਕਾ ਪਾਬੰਦੀ ਲਾ ਦਿੱਤੀ ਜਾਏਗੀ। ਹੁਣ ਪਾਕਿਸਤਾਨੀ ਸਰਕਾਰ ਵੱਲੋਂ ਇਹ ਸਲਾਹ ਸਾਹਮਣੇ ਆਉਣ ਰਹੀ ਹੈ ਕਿ ਸੀਰੀਆ, ਈਰਾਨ ਔਰ ਇਰਾਕ ਦੇ ਵਿੱਚ ਖਾਸ ਕਰ ਸ਼ੀਆ ਭਾਈਚਾਰਾ ਜਿਹੜਾ ਜ਼ਿਆਰਤਾਂ ਵਾਸਤੇ ਜਾਂਦਾ ਆ ਉਹਨਾਂ ਨੂੰ ਡਿਜੀਟਲ ਟਰੈਕ ਲਾ ਕੇ ਉਹਨਾਂ ਦੀ ਮੋਨੀਟਰਿੰਗ ਕੀਤੀ ਜਾਏਗੀ ਔਰ ਇਹ ਮੇਕ ਸ਼ੋਰ ਕੀਤਾ ਜਾਏਗਾ ਕਿ ਵੀਜ਼ਾ ਜਿੰਨੇ ਚਿਰ ਦਾ ਹੈ ਇਹ ਉਹਨੇ ਚਿਰ ਦੇ ਵਾਸਤੇ ਹੀ ਉੱਥੇ ਜਾਣ ਔਰ ਉਸ ਤੋਂ ਬਾਅਦ ਉੱਥੋਂ ਮੋੜ ਆਣ। ਜਿਹੜੇ ਵੀ ਲੋਕ ਇਹਨਾਂ ਮੁਲਕਾਂ ਦਾ ਸਫ਼ਰ ਕਰਨਗੇ ਉਹਨਾਂ ਕੋਲ ਰਿਟਰਨ ਟਿਕਟ ਹੋਣਾ ਜ਼ਰੂਰੀ ਹੈ। ਰਿਟਰਨ ਟਿਕਟ ਦੇ ਉੱਤੇ ਵੀ ਇਹਨਾਂ ਦੀ ਮੋਨੀਟਰਿੰਗ ਹੈ ਜਿਹੜੀ ਉਹ ਕੀਤੀ ਜਾਏਗੀ। ਇਹ ਮਾਮਲਾ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਇਹਨਾਂ ਮੁਲਕਾਂ ਤੋਂ ਪਾਕਿਸਤਾਨੀਆਂ ਨੂੰ ਮੰਗਣ ਦਾ ਜੁਰਮ ਯਾਨੀ ਮੰਗਦੇ ਹੋਇਆਂ ਗ੍ਰਿਫਤਾਰ ਕਰਨ ਤੋਂ ਬਾਅਦ ਪਾਕਿਸਤਾਨ ਡੀਪੋਰਟ ਕੀਤਾ ਜਾ ਰਿਹਾ ਸੀਗਾ। ਪਾਕਿਸਤਾਨੀ ਸਰਕਾਰ ਕਈ ਵਾਰ ਕਹਿ ਚੁੱਕੀ ਹੈ ਕਿ ਇਹੋ ਜਿਹੇ ਲੋਕ ਮੁਲਕੀ ਬਦਨਾਮੀ ਦਾ ਸਬਬ ਨੇ ਔਰ ਇਹਨਾਂ ਦੇ ਨਾਲ ਨਿਬੜਨ ਵਾਸਤੇ ਹੁਣ ਹਕੂਮਤ ਕਾਨੂੰਨ ਸਾਜ਼ੀ ਕਰਨ ਰਹੀ ਹੈ। ਇਮਰਾਨ ਖਾਨ ਦੀ ਸਰਕਾਰ ਦੇ ਦੌਰਾਨ ਜਦੋਂ ਉਹਨਾਂ ਦਾ ਰਾਜ ਸੀਗਾ ਤੇ ਉਦੋਂ ਹਵਾਬਾਜ਼ੀ ਦੇ ਵਜ਼ੀਰ ਮੁਹੰਮਦ ਸਰਵਰ ਹੋਣਾ ਨੇ ਇਹ ਆਖਿਆ ਸੀਗਾ ਕਿ ਪਾਕਿਸਤਾਨੀ 에ਅਰਲਾਈਨ ਦੇ ਪਾਇਲਟਾਂ ਦੇ ਵਿੱਚੋਂ 80% ਦੀਆਂ ਡਿਗਰੀਆਂ ਜਾਲੀ ਨੇ, ਜਿਹਦੇ ਤੋਂ ਬਾਅਦ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਦੇ ਉੱਤੇ ਯੂਰਪ ਭਰ ਸਮੇਤ ਦੁਨੀਆ ਭਰ ਦੇ ਵਿੱਚ ਪਾਬੰਦੀਆਂ ਲੱਗ ਗਈਆਂ। ਪਰ ਹੁਣ ਬਰਤਾਨੀਆ ਨੇ ਪਾਕਿਸਤਾਨੀ 에ਅਰਲਾਈਨ ਦੇ ਉੱਤੋਂ ਪਾਬੰਦੀ ਚੁੱਕ ਲਈ ਹੈ। ਖਬਰਾਂ ਮਿਲ ਰਹੀਆਂ ਨੇ ਕਿ ਪਾਕਿਸਤਾਨ ਦੀ ਇਹ ਸਰਕਾਰੀ 에ਅਰਲਾਈਨ ਹੁਣ ਬਰਤਾਨੀਆ ਦੇ ਵਾਸਤੇ ਹਫ਼ਤੇ ਦੇ ਵਿੱਚ 3 ਪ੍ਰਵਾਜ਼ਾਂ ਨੇ ਜਿਹੜੀਆਂ ਉਹ ਭਰ ਸਕੇਗੀ, ਜਦਕਿ ਬਰਤਾਨੀਆ ਵੱਲੋਂ ਇੱਕ ਅਖੀਰਲੀ ਮਨਜ਼ੂਰੀ ਹੈ ਜਿਹੜੀ ਉਹ ਮਿਲਣਾ ਬਾਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ 에ਅਰਲਾਈਨ ਨੂੰ ਯੂਰਪ ਦੇ ਵਾਸਤੇ ਪਾਬੰਦੀਆਂ ਚੁੱਕ ਕੇ ਫਿਰ ਤੋਂ ਸਫ਼ਰ ਦੀ ਇਜਾਜ਼ਤ ਲੱਭੀ ਸੀਗੀ। ਇਹ ਪਾਬੰਦੀਆਂ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਤੋਂ 4.5 ਸਾਲ ਤੋਂ ਵੱਧ ਲੱਗੀਆਂ ਰਹੀਆਂ ਔਰ ਉਸ ਤੋਂ ਬਾਅਦ ਚੁੱਕੀਆਂ ਗਈਆਂ। ਹੁਣ ਬਰਤਾਨੀਆ ਦੇ ਬੂਹੇ ਵੀ ਪਾਕਿਸਤਾਨੀ 에ਅਰਲਾਈਨ ਲਈ ਖੁੱਲ ਰਹੇ ਨੇ। ਪਾਕਿਸਤਾਨੀ ਫਾਰਨ ਆਫਿਸ ਨੇ ਬਰਤਾਨੀਆ ਦੇ ਇਸ ਫੈਸਲੇ ਨੂੰ ਬੜੇ ਜੀਆਂ ਆਖਿਆ ਹੈ ਔਰ ਆਖਿਆ ਕਿ ਅਸੀਂ ਇਹਦੀ ਸਲਾਹਨਾ ਕਰਨੇ ਆ ਕਿ ਫਿਰ ਤੋਂ ਪਾਕਿਸਤਾਨੀ 에ਅਰਲਾਈਨ ਹੈ ਜਿਹੜਾ ਉਹਦਾ ਸਫ਼ਰ ਬਹਾਲ ਹੋਏਗਾ। ਪਾਕਿਸਤਾਨ ਤੋਂ ਫੈਡਰਲ ਮਿਨਿਸਟਰ ਫਾਰ ਡਿਫੈਂਸ ਖਾਜਾ ਆਸਫ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ 4.5 ਸਾਲ 'ਚ ਇਸ 에ਅਰਲਾਈਨ ਦੀ ਬੰਦਸ਼ ਦੇ ਨਾਲ ਨਾ ਸਿਰਫ ਲੋਕਾਂ ਨੂੰ ਤਕਲੀਫ ਚੁੱਕਣੀ ਪਈ ਬਲਕਿ ਇਸ 에ਅਰਲਾਈਨ ਨੂੰ ਔਰ ਪਾਕਿਸਤਾਨ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਔਰ ਇਹਦੀ ਸਿੱਧੀ ਜ਼ਿੰਮੇਵਾਰੀ ਇਮਰਾਨ ਖਾਨ ਔਰ ਉਹਨਾਂ ਦੇ ਵਜ਼ੀਰ ਮੁਹੰਮਦ ਸਰਵਰ ਦੇ ਸਿਰ ਜਾਂਦੀ ਹੈ, ਜਿਨ੍ਹਾਂ ਨੇ ਆਪਣੀ 에ਅਰਲਾਈਨ ਦੇ ਖਿਲਾਫ ਬਿਆਨ ਦੇ ਕੇ ਉਹਨੂੰ ਬਰਬਾਦ ਕੀਤਾ। ਖਾਜਾ ਮੁਹੰਮਦ ਆਸਫ ਉਹਨਾਂ ਦਾ ਆਖਣਾ ਸੀਗਾ ਕਿ ਕੌਮੀ 에ਅਰਲਾਈਨ ਦੇ ਇਹ ਰੂਟ ਫਿਰ ਤੋਂ ਬਹਾਲ ਹੋਣ ਤੋਂ ਬਾਅਦ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਪਾਕਿਸਤਾਨ ਤੋਂ ਨਿਊਯਾਰਕ ਵਾਸਤੇ ਇੱਕ ਵਾਰ ਫਿਰ ਡਾਇਰੈਕਟ ਫਲਾਈਟਾਂ ਨੇ ਜਿਹੜੀਆਂ ਉਹ ਬਹਾਲ ਹੋਣ। ਯਾਦ ਰਵੇ ਕਿ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ ਕਿਸੇ ਦੇ ਮੌਨ ਦੇ ਉੱਤੇ ਇਹਨਾਂ ਪਾਕਿਸਤਾਨੀਆਂ ਨੂੰ ਯੂਰਪ ਔਰ ਅਮਰੀਕਾ ਤੋਂ ਵਾਪਸ ਪਾਕਿਸਤਾਨ ਦਫਨਾਉਣ ਲਈ ਕੋਈ ਚਾਰਜ ਨਹੀਂ ਸੀ ਲੈਂਦੀ, ਜਦਕਿ ਇਸ 에ਅਰਲਾਈਨ ਦੇ ਬੰਦ ਹੋਣ ਤੋਂ ਬਾਅਦ ਪਾਕਿਸਤਾਨੀਆਂ ਨੂੰ ਹਜ਼ਾਰਾਂ ਡਾਲਰਾਂ ਦਾ ਖਰਚਾ ਕਰਕੇ ਆਪਣੇ ਮੋਇਆਂ ਦੀਆਂ ਮਈਤਾਂ ਨੇ ਜਿਹੜੀਆਂ ਉਹ ਪਾਕਿਸਤਾਨ ਅਪਣਾਉਣਾ ਪੈਂਦੀਆਂ ਸਨ। ਬਲੋਚਿਸਤਾਨ ਦੇ ਇਲਾਕੇ ਡੇਰਾ ਬੁਗਟੀ ਦੇ ਵਿੱਚ ਲੇਵਿਸ ਫੋਰਸਿਸ ਔਰ ਪੁਲਿਸ ਨੇ ਇੱਕ ਕਾਰਵਾਈ ਕਰਕੇ 2 ਐਸੇ ਡਾਕੂਆਂ ਨੂੰ ਸ਼ਨਾਖਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਿਹੜੇ ਪਿਛਲੇ ਦਿਨ ਹੋਣ ਵਾਲੀ ਲੁੱਟਮਾਰ ਦਾ ਹਿੱਸਾ ਸਨ। ਪਰ ਜਦੋਂ ਇਹਨਾਂ ਡਾਕੂਆਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਸਾਥੀਆਂ ਨੇ ਇੱਕ ਹੋ ਕੇ ਹਮਲਾ ਕੀਤਾ ਔਰ ਲੇਵਿਸ ਫੋਰਸਿਸ ਦੇ 4 ਲੋਕਾਂ ਨੂੰ ਅਗਵਾ ਕਰ ਲਿਆ। ਇਹਦੇ ਨਾਲ ਨਾਲ ਲਾਗੇ ਦਾ ਥਾਣਾ ਹੈ ਜਿਹੜਾ ਉਹਦੇ ਉੱਤੇ ਹਮਲਾ ਕਰਕੇ ਉਤੋਂ 3 ਪੁਲਿਸ ਵਾਲਿਆਂ ਨੂੰ ਵੀ ਚੁੱਕ ਲਿਆ ਗਿਆ ਹੈ। ਯਾਦ ਰਵੇ ਕਿ ਇਹਨਾਂ 7 ਲੋਕਾਂ ਦੇ ਚੁੱਕੇ ਜਾਣ ਦੀ ਤਸਦੀਕ ਬਕਾਇਦਾ ਆਪ ਸਰਕਾਰੀ ਪੱਧਰ ਤੇ ਪਾਕਿਸਤਾਨ ਔਰ ਬਲੋਚਿਸਤਾਨ ਦੀ ਸੂਬਾ ਸਰਕਾਰ ਨੇ ਵੀ ਕੀਤੀ ਹੈ, ਜਦਕਿ ਇਹਨਾਂ 7 ਲੋਕਾਂ ਨੂੰ ਛੁਡਾਉਣ ਵਾਸਤੇ ਇਸ ਵੇਲੇ ਹਕੂਮਤੀ ਆਪਰੇਸ਼ਨ ਦੇ ਨਾਲ ਨਾਲ ਗੱਲਬਾਤ ਦੇ ਬੂਹੇ ਨੇ ਜਿਹੜੇ ਉਹ ਵੀ ਖੜਕਾਏ ਜਾ ਰਹੇ ਨੇ। ਬਲੋਚ ਲੀਡਰ ਨੇ ਜਿਹੜੇ ਉਹਨਾਂ ਦੇ ਜਰਗੇ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ 7 ਮੈਂਬਰਾਂ ਨੂੰ ਛੱਡਣ ਦਾ ਆਖਿਆ ਜਾ ਰਿਹਾ ਹੈ, ਜਦਕਿ ਡਾਕੂਆਂ ਦੇ ਇਹ ਜਿਹੜੇ ਸਾਥੀ ਨੇ ਉਹਨਾਂ ਦੀ ਇਹ ਮੰਗ ਹੈ ਕਿ ਜਿਹੜੇ 2 ਡਾਕੂ ਚੁੱਕੇ ਗਏ ਨੇ ਉਹਨਾਂ ਦੇ ਬਦਲੇ ਅਸੀਂ ਇਹਨਾਂ 7 ਦੀ ਰਿਹਾਈ ਕਰਾਂਗੇ। ਹਜੇ ਤੱਕ ਦੋਵੇਂ ਫਰੀਕਾਂ ਵਿਚਕਾਰ ਕੋਈ ਗੱਲਬਾਤ ਸਿਰੇ ਨਹੀਂ ਲੱਗ ਸਕੀ।
ਲਓ ਜੀ, ਅੱਜ ਤੱਕ ਲਈ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਤੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਦਵੋ ਇਜਾਜ਼ਤਾਂ। ਫਿਰ ਮਿਲਾਂਗੇ, ਪਰ ਜਾਣ ਤੋਂ ਪਹਿਲੇ ਦੱਸ ਜਾਈਏ ਕਿ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਸਾਡੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 4082725200 ਹੈ। ਖਬਰਾਂ ਵੇਖਣ ਔਰ ਸੁਣਨ ਵਾਸਤੇ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰਨਾ, ਸਬਸਕ੍ਰਾਈਬ ਕਰਨਾ, ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੇ ਇਹਨਾਂ ਖਬਰਾਂ ਦੇ ਨਾਲ ਤੁਹਾਨੂੰ ਸਾਡੀਆਂ ਬਾਕੀ ਅਪਡੇਟਸ ਵੀ ਮਿਲਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਫਿਰ ਮਿਲਾਂਗੇ, ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।